ਭਾਰਤ ਜਦੋਂ ਆਜ਼ਾਦੀ ਦੀ 75ਵੀਂ ਸਾਲਗਿਰਹ ਮਨਾ ਰਿਹਾ ਹੈ, ਤਦ ਅਸੀਂ ਆਜ਼ਾਦੀ ਦੇ ਬਾਅਦ ਤੋਂ ਹੀ ਦੇਸ਼ ਦੇ ਹਰ ਖੇਤਰ ਦੀ ਅਪੂਰਵ ਉਪਲਬਧੀਆਂ ਦਾ ਜਸ਼ਨ ਮਨਾ ਰਹੇ ਹਾਂ। ਆਜ਼ਾਦੀ ਦੇ ਬਾਅਦ ਪਹਿਲੇ 4 ਦਹਾਕਿਆਂ ਵਿੱਚ ਉਦਯੋਗਿਕ ਵਿਕਾਸ ਮੁੱਖ ਤੌਰ ਤੇ ਕੇਂਦਰੀ ਜਨਤਕ ਖੇਤਰ ਦੇ ਉਦਮ ਯਾਨੀ ਕਿ CPSEs ਦੇ ਜ਼ਰੀਏ ਰਾਜ ਦੁਆਰਾ ਨਿਯੰਤਰਿਤ ਰਿਹਾ। ਪਰ 1980 ਅਤੇ 1990 ਦੇ ਦਹਾਕਿਆਂ ਦੇ ਆਉਂਦੇ CPSEs ਦੇ ਕੰਮ ਕਰਨ ਦੀ ਸਮਰੱਥਾ ਘਟਣ ਲੱਗੀ। ਇਸ ਲਈ ਆਰਥਿਕ ਉਦਾਰੀਕਰਨ ਸ਼ੁਰੂ ਕਰਨ ਦਾ ਇਹੋ ਹੀ ਸਹੀ ਸਮਾਂ ਮੰਨਿਆ ਗਿਆ। 1990 ਦੇ ਦਹਾਕੇ ਵਿੱਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਨੇ ਭਾਰਤੀ ਅਰਥਚਾਰੇ ਦੇ ਦਰਵਾਜ਼ੇ ਖੋਲ੍ਹ ਦਿੱਤੇ, ਜਿਸ ਦੇ ਨਤੀਜੇ ਵਜੋਂ ਪੂੰਜੀ ਬਾਜ਼ਾਰ ਵਿੱਚ ਕਾਰੋਬਾਰ ਜਾਂ ਪੈਸੇ ਕਮਾਉਣ ਦੇ ਨਵੇਂ ਮੌਕਿਆਂ ਦਾ ਸਰਜਣ ਹੋਇਆ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ। ਇਨ੍ਹਾਂ ਸੁਧਾਰਾਂ ਦੀ ਅਗਲੀ ਕੜੀ ਵਜੋਂ ਦਸੰਬਰ 1999 ਵਿੱਚ CPSEs ਦੇ ਵਿਨਿਵੇਸ਼ ਜਾਂ ਡਿਸਇਨਵੈਸਟਮੈਂਟ ਦੀ ਨੀਤੀ ਦੇ ਨਾਲ ਵਿਨਿਵੇਸ਼ ਵਿਭਾਗ ਦਾ ਗਠਨ ਕੀਤਾ ਗਿਆ। 14 ਅਪ੍ਰੈਲ 2016 ਨੂੰ ਉਸੇ ਵਿਨਿਵੇਸ਼ ਵਿਭਾਗ ਦਾ ਨਾਮ ਬਦਲ ਕੇ ਦੀਪਮ ਕਰ ਦਿੱਤਾ ਗਿਆ। ਇਸ ਤਰ੍ਹਾਂ ਪਹਿਲੀ ਵਾਰ ਵਿਨਿਵੇਸ਼ ਦੀ ਥਾਂ ਤੇ ਨਿਵੇਸ਼ ਸ਼ਬਦ ਦੀ ਵਰਤੋਂ ਕੀਤੀ ਗਈ। ਕੰਪਨੀਆਂ ਵਿੱਚ ਨਵੇਂ ਨਿਵੇਸ਼, ਪੂੰਜੀ ਦੇ ਪੁਨਰਗਠਨ ਅਤੇ ਵਿੱਤੀ ਪੁਨਰਗਠਨ ਲਈ ਮਲਕੀਅਤਾਂ ਦਾ ਲਾਭ ਉਠਾਉਣ ਵਰਗੇ ਸਾਰੇ ਮਹੱਤਵਪੂਰਨ ਵਿਸ਼ਿਆਂ ਤੇ ਕੰਮ ਕਰਨ ਦੇ ਲਈ ਹੋਰ ਵੀ ਯੋਗ ਬਣਾਉਣ ਲਈ ਇੱਕ ਨਿਵੇਸ਼ ਆਧਾਰਿਤ ਨਜ਼ਰੀਆ ਅਪਣਾ ਕੇ CPSEs ਦੇ ਪੂੰਜੀ ਪ੍ਰਬੰਧਨ ਵਿੱਚ ਇੱਕ ਬੁਨਿਆਦੀ ਤਬਦੀਲੀ ਕੀਤੀ ਗਈ। ਅੱਜ ਦੀਪਮ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਵਿੱਚ ਰਣਨੀਤਕ ਵਿਨਿਵੇਸ਼, ਛੋਟੇ ਹਿੱਸੇ ਦੀ ਵਿਕਰੀ, ਪੂੰਜੀ ਦਾ ਪ੍ਰਬੰਧਨ ਸ਼ਾਮਲ ਹਨ। ਬਦਲਦੇ ਸਮੇਂ ਦੇ ਨਾਲ-ਨਾਲ ਆਤਮਨਿਰਭਰ ਭਾਰਤ ਲਈ ਜਨਤਕ ਖੇਤਰ ਦੇ ਉੱਦਮ ਦੀ ਨਵੀਂ ਨੀਤੀ 2021 ਜਾਰੀ ਕੀਤੀ ਗਈ। ਇਹ ਨੀਤੀ ਸਾਰੇ CPSEs ਨੂੰ 2 ਸ਼੍ਰੇਣੀਆਂ ਵਿੱਚ ਵੰਡਦੀ ਹੈ: ਰਣਨੀਤਕ ਅਤੇ ਗੈਰ ਰਣਨੀਤਕ। ਰਣਨੀਤਕ ਖੇਤਰਾਂ ਵਿੱਚ ਮੌਜੂਦਾ PSE ਦੀ ਘੱਟੋ-ਘੱਟ ਮੌਜੂਦਗੀ ਹੀ ਬਣਾਈ ਰੱਖੀ ਜਾਵੇਗੀ। ਬਾਕੀ PSE ਨੂੰ ਹੋਰ PSE ਦੇ ਨਾਲ ਰਲਾਉਣ ਜਾਂ ਸਹਾਇਕ ਕੰਪਨੀਆਂ ਬਣਾਉਣ ਜਾਂ ਬੰਦ ਕਰਨ ਤੇ ਵਿਚਾਰ ਕੀਤਾ ਜਾਵੇਗਾ। ਦੂਜੇ ਪਾਸੇ ਗੈਰ ਰਣਨੀਤਕ ਖੇਤਰਾਂ ਵਿੱਚ PSE ਦੇ ਨਿੱਜੀਕਰਨ ਜਾਂ ਬੰਦ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ। ਉਦਾਹਰਣ ਵਜੋਂ ਸਿਹਤ, ਖਾਦ, ਸਟੀਲ, ਟੈਕਸਟਾਈਲ, ਰਸਾਇਣ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਨਵੀਂ ਨੀਤੀ ਕੁਝ PSE ਨੂੰ ਵਿਨਿਵੇਸ਼ ਤੋਂ ਵੀ ਛੋਟ ਦਿੰਦੀ ਹੈ, ਜਿਵੇਂ ਕਿ ਗੈਰ ਲਾਭਕਾਰੀ ਕੰਪਨੀਆਂ ਜਾਂ ਗਰੀਬਾਂ ਜਾਂ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਜਾਂ ਵਿਕਾਸ ਅਤੇ ਪ੍ਰਚਾਰ ਦੇ ਕੰਮ ਵਿੱਚ ਰੁੱਝੀਆਂ ਕੰਪਨੀਆਂ। ਸਵਾਲ ਪੈਦਾ ਹੁੰਦਾ ਹੈ ਕਿ ਨਿੱਜੀਕਰਨ ਕੀ ਹੁੰਦਾ ਹੈ? ਇਹ ਅਸਲ ਵਿੱਚ ਸਰਕਾਰ ਦੀ ਜ਼ਿਆਦਾਤਰ ਮਲਕੀਅਤ ਨੂੰ ਵੇਚਣ ਦੇ ਨਾਲ-ਨਾਲ ਪ੍ਰਬੰਧਨ ਨਿਯੰਤਰਣ ਨੂੰ ਨਿੱਜੀ ਹੱਥਾਂ ਵਿੱਚ ਸੌਂਪਣਾ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਦੇ ਕੀ ਫਾਇਦੇ ਹੁੰਦੇ ਹਨ? ਪੂੰਜੀ ਨਿਵੇਸ਼, ਟੈਕਨੋਲੋਜੀ ਵਿੱਚ ਨਵੀਨਤਾ ਅਤੇ ਕੁਸ਼ਲ ਪ੍ਰਬੰਧਨ ਦੇ ਕਾਰਨ ਇਨ੍ਹਾਂ CPSEs ਦੇ ਵਧੀਆ ਪ੍ਰਦਰਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਨਿੱਜੀ ਹੱਥਾਂ ਵਿੱਚ ਜਾਣ ਵਾਲੀਆਂ ਕੰਪਨੀਆਂ ਦੇ ਵਿਕਾਸ, ਸਹਾਇਕ ਉਦਯੋਗਾਂ ਦੇ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ, ਜਿਸ ਦੇ ਚੱਲਦੇ ਆਖਿਰਕਾਰ ਦੇਸ਼ ਦੀ ਆਰਥਿਕਤਾ ਦੇ ਵਿਕਾਸ ਵਿੱਚ ਵੀ ਇਸ ਦਾ ਯੋਗਦਾਨ ਹੋਵੇਗਾ। ਸਰਕਾਰੀ ਨਿਯੰਤਰਣ ਤੋਂ ਮੁਕਤ ਹੋਏ ਸਰੋਤ ਦੇਸ਼ ਦੇ ਸਮਾਜਿਕ ਅਤੇ ਵਿਕਾਸਮੁਖੀ ਪ੍ਰੋਗਰਾਮਾਂ ਲਈ ਉਪਲਬਧ ਹੋਣਗੇ। ਨਿੱਜੀਕਰਨ ਦੀ ਪ੍ਰਕਿਰਿਆ ਨਾ ਸਿਰਫ ਪਾਰਦਰਸ਼ੀ ਹੁੰਦੀ ਹੈ, ਸਗੋਂ ਇਸ ਵਿੱਚ ਬਹੁਪੱਧਰੀ ਫੈਸਲੇ ਲੈਣ ਦਾ ਪ੍ਰਬੰਧ ਹੁੰਦਾ ਹੈ, ਜਿਵੇਂ ਕਿ IMG ਇੰਟਰ ਮਿਨਿਸਟੀਰੀਅਲ ਗਰੁੱਪ। ਇਸ ਵਿੱਚ 11 ਵਿਭਾਗਾਂ ਦੇ ਸਕੱਤਰ ਅਤੇ ਸੰਯੁਕਤ ਸਕੱਤਰ ਸ਼ਾਮਿਲ ਹਨ। CGD ਕੋਰ ਗਰੁੱਪ ਆਫ ਸੈਕਟਰੀਜ਼ ਔਨ ਡਿਸਇਨਵੈਸਟਮੈਂਟ, ਜਿਸ ਵਿੱਚ ਕੈਬਨਿਟ ਸਕੱਤਰ, ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ 7 ਸਕੱਤਰ ਸ਼ਾਮਿਲ ਹਨ, ਅਤੇ ਮੰਤਰੀਆਂ ਦਾ ਸਮੂਹ ਯਾਨੀ ਕਿ ਕੈਬਨਿਟ ਦਾ ਇੱਕ ਸ਼ਕਤੀਸ਼ਾਲੀ ਵਿਕਲਪਕ ਸਿਸਟਮ, ਜਿਸ ਵਿੱਚ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ, ਵਿੱਤ ਮੰਤਰੀ, ਪ੍ਰਸ਼ਾਸਨਿਕ ਮੰਤਰਾਲੇ ਦੇ ਮੰਤਰੀ ਸ਼ਾਮਿਲ ਹਨ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਆਲਮੀ ਟੈਂਡਰਾਂ ਰਾਹੀਂ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਲਈ ਸੱਦੇ ਦਿੱਤੇ ਜਾਂਦੇ ਹਨ। ਵਿੱਤੀ ਬੋਲੀ ਦੇ ਪੂਰਾ ਹੋਣ ਤੋਂ ਬਾਅਦ ਹੀ ਨਿਰਧਾਰਿਤ ਕੀਤੀ ਜਾਂਦੀ ਹੈ ਅਤੇ ਉਦੋਂ ਤੱਕ ਬੋਲੀਆਂ ਸੀਲਬੰਦ ਲਿਫਾਫੇ ਵਿੱਚ ਰਹਿੰਦੀਆਂ ਹਨ ਅਤੇ ਰਿਜ਼ਰਵ ਕੀਮਤ ਨਿਰਧਾਰਿਤ ਹੋਣ ਤੋਂ ਬਾਅਦ ਹੀ ਬੋਲੀਆਂ ਖੋਲੀਆਂ ਜਾਂਦੀਆਂ ਹਨ। ਇੱਥੇ ਕੁਝ ਸਫਲਤਾ ਦੀਆਂ ਮਹੱਤਵਪੂਰਨ ਕਹਾਣੀਆਂ ਹਨ, ਜਿਵੇਂ ਕਿ 에ਅਰ ਇੰਡੀਆ ਨੂੰ 2009-10 ਤੋਂ ਹੁਣ ਤੱਕ 1 ਲੱਖ ਕਰੋੜ ਤੋਂ ਵੱਧ ਦੀ ਸਰਕਾਰੀ ਸਹਾਇਤਾ ਮਿਲੀ ਹੈ, ਕਿਉਂਕਿ 에ਅਰ ਇੰਡੀਆ ਨੂੰ ਰੋਜ਼ਾਨਾ
ਤਕਰੀਬਨ 20 ਕਰੋੜ ਦਾ ਨੁਕਸਾਨ ਹੋ ਰਿਹਾ ਸੀ। ਟੈਕਸ ਦੇਣ ਵਾਲਿਆਂ ਦੇ ਪੈਸੇ ਦੀ ਸਹੀ ਵਰਤੋਂ ਨਹੀਂ ਹੋ ਸਕ ਰਹੀ ਸੀ। ਜੇਕਰ ਵਿਨਿਵੇਸ਼ ਅਸਫਲ ਹੋ ਜਾਂਦਾ ਤਾਂ ਇਸ ਨੂੰ ਬੰਦ ਕਰਨਾ ਹੀ ਇੱਕੋ ਇੱਕ ਵਿਕਲਪ ਸੀ ਅਤੇ ਬੰਦ ਹੋਣ ਦੀ ਸੂਰਤ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ। ਇਸ ਤਰ੍ਹਾਂ 에ਅਰ ਇੰਡੀਆ ਦਾ ਨਿੱਜੀਕਰਨ ਮੁਸਾਫਰਾਂ, ਸਹਾਇਕ ਉਦਯੋਗਾਂ, ਹਵਾਈ ਜਹਾਜ਼ ਦੇ ਖੇਤਰ ਅਤੇ ਅੰਤ ਵਿੱਚ ਸਮੁੱਚੀ ਆਰਥਿਕਤਾ ਲਈ ਫਾਇਦੇਮੰਦ ਹੈ। ਅਜਿਹੀ ਹੀ ਇੱਕ ਹੋਰ ਸਫਲਤਾ ਦੀ ਕਹਾਣੀ ਹੈ NINL। ਬੰਦ ਹੋਈ ਕੰਪਨੀ ਨੂੰ ਮੁੜ ਸ਼ੁਰੂ ਕੀਤਾ ਗਿਆ। ਕਰਮਚਾਰੀਆਂ ਨੂੰ ਉਹਨਾਂ ਦੇ ਬਕਾਏ ਅਤੇ ਨਿਯਮਿਤ ਕੰਮ ਮਿਲੂਗਾ। ਰਾਖਵੀਂ ਕੀਮਤ ਤੋਂ ਦੁੱਗਣੀ ਤੋਂ ਵੱਧ ਦੀ ਬੋਲੀ ਪ੍ਰਾਪਤ ਹੋਈ। ਵਿਨਿਵੇਸ਼ ਲਈ ਆਉਣ ਵਾਲੇ ਸਮੇਂ ਵਿੱਚ ਹੋਰ CPSEs ਵਿੱਚ FSNL, NDMC ਸਟੀਲ ਲਿਮਟਿਡ, ਕੌਨਕੋਰ, BEML, ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ, PDIL, IDBI ਬੈਂਕ, HLL ਆਦਿ ਸ਼ਾਮਲ ਹਨ। ਆਰਥਿਕ ਸਰਵੇਖਣ 2019-2020 ਵਿੱਚ ਕੀਤੇ ਗਏ ਵਿਸ਼ਲੇਸ਼ਣ ਨੇ CPSEs ਦੇ ਨਿੱਜੀਕਰਨ ਨੂੰ ਜਾਇਜ਼ ਠਹਿਰਾਇਆ ਹੈ। ਇਸੇ ਵਿਸ਼ਲੇਸ਼ਣ ਦੇ ਅਨੁਸਾਰ ਨਿੱਜੀਕਰਨ ਤੋਂ ਪਹਿਲਾਂ ਅਤੇ ਬਾਅਦ ਦੇ 10 ਸਾਲਾਂ ਦੀ ਮਿਆਦ ਵਿੱਚ ਵਿਸ਼ਲੇਸ਼ਣ ਕੀਤਾ ਗਿਆ ਸੀ ਅਤੇ ਉਸੇ ਉਦਯੋਗ ਸਮੂਹ ਵਿੱਚ ਦੂਜੇ ਉਦਯੋਗਾਂ ਦੇ ਨਾਲ ਤੁਲਨਾ ਕੀਤੀ ਗਈ ਸੀ। ਨਿੱਜੀਕਰਨ ਤੋਂ ਬਾਅਦ ਉਹਨਾਂ ਦਾ ਕੁੱਲ ਮੁਨਾਫਾ ਵੀ ਬਹੁਤ ਵੱਧ ਗਿਆ ਅਤੇ ਰਿਟਰਨ ਔਨ ਇਕੁਇਟੀ ਵਿੱਚ ਵੀ ਕਾਫੀ ਵਧੀਆ ਵਾਧਾ ਹੋਇਆ। ਥੋੜੇ ਜਿਹੇ ਹਿੱਸੇ ਦੀ ਵਿਕਰੀ ਇੱਕ ਅਜਿਹੀ ਪ੍ਰਕਿਰਿਆ ਹੁੰਦੀ ਹੈ ਜਿਸ ਵਿੱਚ ਸਰਕਾਰ IPO ਅਤੇ OFS ਦੇ ਦੁਆਰਾ ਆਪਣੇ ਥੋੜੇ ਜਿਹੇ ਸ਼ੇਅਰਾਂ ਨੂੰ ਵੇਚਦੀ ਹੈ, ਪਰ ਸਰਕਾਰ ਅਜਿਹੇ CPSEs ਉੱਤੇ ਆਪਣਾ ਨਿਯੰਤਰਣ ਬਰਕਰਾਰ ਰੱਖਦੀ ਹੈ। IPO ਸਟਾਕ ਐਕਸਚੇਂਜ ਵਿੱਚ CPSEs ਦੇ ਸ਼ੇਅਰਾਂ ਦੀ ਸ਼ੁਰੂਆਤੀ ਸੂਚੀ ਹੁੰਦੀ ਹੈ ਅਤੇ OFS ਪਹਿਲਾਂ ਤੋਂ ਸੂਚੀਬੱਧ ਸ਼ੇਅਰਾਂ ਦੇ ਛੋਟੇ ਹਿੱਸੇ ਦੀ ਵਿਕਰੀ ਹੁੰਦੀ ਹੈ। IPO ਅਤੇ OFS ਦਾ ਫਾਇਦਾ ਇਹ ਹੁੰਦਾ ਹੈ ਕਿ ਜਿੱਥੇ ਆਮ ਲੋਕਾਂ ਨੂੰ CPSEs ਵਿੱਚ ਅੰਸ਼ਕ ਮਲਕੀਅਤ ਮਿਲ ਜਾਂਦੀ ਹੈ, ਉੱਥੇ ਹੀ ਦੂਜੇ ਪਾਸੇ ਸਰਕਾਰ ਨੂੰ ਸਮਾਜਿਕ ਵਿਕਾਸ ਲਈ ਪੈਸਾ ਮਿਲ ਜਾਂਦਾ ਹੈ। LIC IPO ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO ਹੈ। ਤਕਰੀਬਨ 73 ਲੱਖ ਤੋਂ ਵੱਧ ਅਰਜ਼ੀਆਂ ਦੇ ਨਾਲ-ਨਾਲ 20,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੀ ਇਕੱਠੀ ਕੀਤੀ ਗਈ। ਇਹ ਇੱਕੋ ਇੱਕ ਕੰਪਨੀ ਹੈ ਜਿਸ ਨੇ ਲਿਸਟਿੰਗ ਦੇ ਦਿਨ ਹੀ ਭਾਰਤੀ ਪੂੰਜੀ ਬਾਜ਼ਾਰ ਦੇ ਮਾਰਕੀਟ ਕੈਪ ਵਿੱਚ 5.5 ਟ੍ਰਿਲੀਅਨ ਰੁਪਏ ਦਾ ਵਾਧਾ ਕੀਤਾ ਹੈ। ਪਹਿਲੀ ਵਾਰ ਵਿੱਚ ਹੀ 10 ਲੱਖ ਤੋਂ ਵੱਧ ਬਿਨੈਕਾਰਾਂ ਵਿੱਚੋਂ ਲਗਭਗ 7 ਲੱਖ ਨੂੰ ਅਲਾਟਮੈਂਟ ਮਿਲੀ। ਪਹਿਲੀ ਵਾਰ 3 ਸਪਾਂਸਰ ਬੈਂਕਾਂ, ਸਟਾਕ ਐਕਸਚੇਂਜਾਂ ਨੇ ਸ਼ਨੀਚਰਵਾਰ ਅਤੇ ਐਤਵਾਰ ਨੂੰ ਵੀ ਕੰਮ ਕੀਤਾ। ਸਹਿਜ ਸ਼ੇਅਰ ਅਲਾਟਮੈਂਟ ਦੇ ਪਹਿਲੇ ਘੰਟੇ ਵਿੱਚ 30 ਲੱਖ ਤੋਂ ਵੱਧ ਈਮੇਲਾਂ ਅਤੇ ਅਲਾਟਮੈਂਟ ਤੋਂ ਬਾਅਦ 7 ਦਿਨਾਂ ਵਿੱਚ ਕਾਲ ਸੈਂਟਰ ਨੇ ਬਿਨਾਂ ਕਿਸੇ ਪਰੇਸ਼ਾਨੀ ਦੇ ਲਗਭਗ 65,000 ਕਾਲਾਂ ਨੂੰ ਅਟੈਂਡ ਕੀਤਾ। IPO ਦੇ ਰਾਹੀਂ CPSEs ਦੇ ਅਸਲ ਮੁੱਲ ਦਾ ਵੀ ਪਤਾ ਚੱਲਦਾ ਹੈ, ਜਿਸ ਦੇ ਸ਼ਾਨਦਾਰ ਉਦਾਹਰਣ ਹਨ IRCTC ਅਤੇ ਮਜ਼ਗਾਂਵ ਡਾਕ ਸ਼ਿਪ ਬਿਲਡਰਜ਼ ਲਿਮਟਿਡ, ਜਿੱਥੇ IPO ਤੋਂ ਬਾਅਦ ਸ਼ੇਅਰਾਂ ਦੀ ਕੀਮਤ ਕਾਫੀ ਵਧੀ ਹੈ। ਦੀਪਮ ਦੇ ਵਿਆਪਕ ਦਿਸ਼ਾ ਨਿਰਦੇਸ਼ਾਂ ਵਿੱਚ CPSEs ਦੇ ਪੂੰਜੀ ਪ੍ਰਬੰਧਨ ਵੀ ਸ਼ਾਮਲ ਹਨ। ਲਗਾਤਾਰ ਲਾਭਾਂਸ਼ ਨੀਤੀ, ਸ਼ੇਅਰਾਂ ਦਾ ਬਾਇਬੈਕ, ਬੋਨਸ ਸ਼ੇਅਰ, ਸ਼ੇਅਰਾਂ ਦੀ ਵੰਡ CPSEs ਦੀ ਨੈਟਵਰਥ ਅਤੇ ਮਾਰਕੀਟ ਮੁੱਲ ਨੂੰ ਵਧਾਉਣ ਵਿੱਚ ਮਦਦ ਮਿਲ ਰਹੀ ਹੈ। 2014-15 ਦੇ ਬਾਅਦ ਤੋਂ ਸਰਕਾਰ ਨੂੰ ਲਾਭ ਅੰਸ਼ਾਂ ਤੋਂ 3,38,104 ਕਰੋੜ ਰੁਪਏ ਅਤੇ ਬਾਇਬੈਕ ਤੋਂ 44,605.79 ਕਰੋੜ ਰੁਪਏ ਪ੍ਰਾਪਤ ਹੋਏ ਹਨ। ਘੱਟ ਗਿਣਤੀ ਹਿੱਸੇਦਾਰਾਂ ਨੂੰ ਵੀ ਅਨੁਪਾਤਕ ਲਾਭ ਅੰਸ਼ ਅਤੇ ਬਾਇਬੈਕ ਦਾ ਲਾਭ ਮਿਲ ਰਿਹਾ ਹੈ। ਦੀਪਮ ਨੇ ਅਸਲ ਆਰਥਿਕ ਮੁੱਲ ਨੂੰ ਅਨਲੌਕ ਕਰਨ ਲਈ ਨੈਸ਼ਨਲ ਲੈਂਡ ਮੋਨੇਟਾਈਜੇਸ਼ਨ ਕਾਰਪੋਰੇਸ਼ਨ NLMC ਦੀ ਸਥਾਪਨਾ ਦੇ ਲਈ ਗੈਰ ਪ੍ਰਮੁੱਖ ਸੰਪत्ति ਦੇ ਨਿਰਣੇ ਦੇ ਮੁਦਰੀਕਰਨ ਦੀ सहूलत प्रदान की है। नमस्कार। माननीय प्रधानमंत्री जी ने व्यापार को प्रोत्साहित करने, निवेश को आकर्षित करने और मेक इन इंडिया के हमारे संकल्प को मजबूत करने के उद्देश्य से एक नया आत्मनिर्भर भारत के हेतु एक दृष्टिकोण रखा है। प्रधानमंत्री जी के आत्मनिर्भर भारत के दृष्टिकोण और नई PSE नीति के सफल कार्यान्वयन के लिए विभाग के अधिकारियों की कैपेसिटी बिल्डिंग करके उनकी कार्यक्षमता बढ़ाई जा रही है। साथ ही प्रशिक्षण कार्यक्रमों में वृद्धि के द्वारा दीपम को क्रमशः बढ़ते दायित्व के वाहन के लिए निरंतर सक्षम बनाया जा रहा है।
ਦੀਪਮ ਵਿਖੇ ਅਸੀਂ CPSEs ਨੂੰ ਵਧੇਰੇ ਪੈਸਾ ਬਣਾਉਣ ਅਤੇ ਬਾਜ਼ਾਰ ਦੇ ਪੂੰਜੀਕਰਨ ਨੂੰ ਵਧਾਉਣ ਲਈ ਸਮਰੱਥ ਬਣਾਉਣ ਵਿੱਚ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। ਅੰਮ੍ਰਿਤ ਕਾਲ ਦੇ ਦੌਰਾਨ 2047 ਤੱਕ ਦੇਸ਼ ਨੂੰ ਅੱਗੇ ਲਿਜਾਣ ਅਤੇ ਇਸ ਨੂੰ ਮਲਟੀ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਾਉਣ ਵਿੱਚ ਦੀਪਮ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ। वंदे मातरम। जय हिंद।